The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims. ਵਾਈ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ ਹਮੇਸ਼ਾ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਘਰ ਦੇ ਵਿੱਚ ਬੈਠੇ ਹੋ ਤਾਂ ਟੀਵੀ ਚੈਨਲ ਤੁਸੀਂ ਔਨ ਕਰਕੇ ਰੱਖਣਾ ਹੈ। ਲਗਾਤਾਰ ਜਿਹੜਾ ਖਬਰਾਂ ਦਾ ਸਿਲਸਿਲਾ ਜਾਰੀ ਹੈਗਾ ਔਰ ਜੇ ਬਾਹਰ ਡਰਾਈਵ ਕਰ ਰਹੇ ਹੋ ਫਿਰ ਰੇਡੀਓ ਵਾਈ ਨੰਬਰ ਨੋਟ ਕਰ ਲਓ ਧਿਆਨ ਦੇ ਨਾਲ 647 910 5000 ਔਰ ਸਾਡੇ ਨਾਲ ਸਾਡੇ ਖਾਸ ਮਹਿਮਾਨ ਵੀ ਜੁੜ ਚੁੱਕੇ ਨੇ ਉਹਨਾਂ ਦਾ ਵੀ ਇਸ ਮੌਕੇ ਤੇ ਸਵਾਗਤ ਕਰਦੇ ਹਾਂ। ਪੀਕੇ ਜੀ ਵੈਰੀ ਵਾਰਮ ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਜੀਤਵੀਰ ਜੀ ਐਂਡ ਵੈਰੀ ਗੁੱਡ ਆਫਟਰਨੂਨ ਟੂ ਆਲ ਆਵਰ ਲਿਸਨਰਸ ਜੀ। ਗੁੱਡ ਆਫਟਰਨੂਨ ਸਰ। ਪੰਕਜ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਵਾਰਮ ਵੈਲਕਮ। ਥੈਂਕ ਯੂ ਵੈਰੀ ਮਚ ਜੀਤਵੀਰ ਜੀ, ਮੇਰੇ ਤਰਫੋਂ ਵੀ ਸਭ ਨੂੰ ਗੁੱਡ ਆਫਟਰਨੂਨ। ਗੁੱਡ ਆਫਟਰਨੂਨ ਜੀ। ਓਪਨਿੰਗ ਸਟੇਟਮੈਂਟ ਤੁਹਾਡੇ ਦੋਨਾਂ ਦੀ ਸੁਣਦੇ ਹਾਂ, ਫਿਰ ਕਾਫੀ ਸਾਰੇ ਸਵਾਲ ਵੀ ਹੈਗੇ ਨੇ ਉਹ ਵੀ ਕਰਾਂਗੇ। ਔਰ ਪੀਕੇ ਜੀ ਜਿਹੜੇ ਪ੍ਰੀਵੀਅਸ ਸ਼ੋਅ 'ਚ ਕਾਲਰ ਨੇ ਇੱਕ ਦੋ ਗੱਲਾਂ ਕੀਤੀਆਂ ਸੀ ਉਹਦੇ ਤੇ ਮੈਂ ਵੀ ਇੱਕ ਦੋ ਚੀਜ਼ਾਂ ਤੁਹਾਨੂੰ ਪੁੱਛਣਾ ਚਾਹਾਂਗਾ, ਉਹ ਪੁੱਛਦੇ ਹਾਂ। ਪਰ ਪਹਿਲਾਂ ਓਪਨਿੰਗ ਸਟੇਟਮੈਂਟ ਪੀਕੇ ਜੀ ਸਟਾਰਟਿੰਗ ਵਿਦ ਯੂ। ਜੀ ਇਹ ਵੀ ਜਿਹੜੀ ਮੈਂ ਦੱਸਣ ਲੱਗਿਆ ਉਹਨਾਂ ਦੀ ਜਿਹੜਾ ਕੁਐਸਚਨ ਸੀ ਉਹਦੇ ਨਾਲ ਤਾਲੁਕ ਹੀ ਹੈਗਾ। ਆਸਕਿੰਗ ਰੈਂਟ ਇਨ ਕੈਨੇਡਾ ਇਨਕਰੀਜ਼ਡ ਬਾਈ ਓਵਰ $100 ਇਨ 3 months ਓਨਲੀ। ਦੇਖੋ ਜੀ ਸਿਰਫ ਪੂਰੇ ਕੈਨੇਡਾ ਦੀ ਐਵਰੇਜ ਦੇਖੋ ਤਾਂ $100 3 ਮਹੀਨੇ ਦੇ ਅੰਦਰ ਅੰਦਰ ਰੈਂਟ ਵੱਧ ਗਿਆ। ਔਰ ਅਗਰ ਅਸੀਂ ਈਅਰ ਓ ਈਅਰ ਗੱਲ ਕਰੀਏ ਤੇ 9.6% ਵੱਧ ਗਿਆ। ਔਰ ਇਹ ਵਧਣ ਦੀ ਰਫ਼ਤਾਰ ਵੱਧਦੀ ਜਾ ਰਹੀ ਹੈ ਕਿਉਂਕਿ ਇਹਦੇ ਪਹਿਲੇ ਜਿਹੜੇ 3 ਮਹੀਨੇ ਸੀਗੇ ਉਹਦੇ ਅੰਦਰ ਸਿਰਫ 5.1% ਵਧਿਆ ਸੀਗਾ ਤੇ ਮਤਲਬ ਕਿ 3 ਮਹੀਨੇ ਅੰਦਰ 1 ਮਹੀਨੇ ਦੇ ਅੰਦਰ ਦੇਖੋ ਤਾਂ 1.8% ਵੱਧ ਗਿਆ ਸਰ। ਔਰ ਅਗਰ ਅਸੀਂ ਬਰੈਂਪਟਨ ਦੀ ਗੱਲ ਕਰੀਏ ਮਾਈ ਗॉड ਸਟੈਗਰਿੰਗ 21.6% ਜੰਪ ਆਇਆ ਸਰ ਸਾਲ ਦੇ ਅੰਦਰ। ਬਰੈਂਪਟਨ ਦੇ ਅੰਦਰ $2713 ਦੀ ਐਵਰੇਜ ਹੋ ਗਈ ਹੈ। ਔਰ ਉਹ ਭਾਈ ਸਾਹਿਬ ਬਿਲਕੁਲ ਠੀਕ ਕਹਿ ਰਹੇ ਨੇ ਕਿ ਇਹ ਕੋਈ ਇਸ ਤਰ੍ਹਾਂ ਦਾ ਪ੍ਰਾਈਸ ਕੁਝ ਗਿਰੇ ਤਾਂ ਕਿ ਬਾਹਰ ਲੈ ਸਕੇ। ਗੱਲ ਤਾਂ ਉਹਨਾਂ ਦੀ ਬੜੀ ਠੀਕ ਹੈ ਔਰ ਮੈਂ ਵੀ ਉਸ ਦਾ ਬੜਾ ਸਹਾਨੁਭੂਤੀ ਰੱਖਣਾ। ਪਰ ਸਵਾਲ ਹੈਗਾ ਕਿ ਇਕਨੋਮੀ ਐਜ਼ ਏ ਹੋਲ ਇਹ ਮੋਗਾ ਸਾਹਿਬ ਜ਼ਿਆਦਾ ਦੱਸਣਗੇ ਉਹ ਟਿਕ ਨਹੀਂ ਪਾਏਗੀ, ਰੁਕ ਹੀ ਨਹੀਂ ਪਾਏਗੀ ਕਿਉਂਕਿ ਉਹਦੇ ਅੰਦਰ ਉਹ ਗੱਲ ਕਰ ਰਹੇ ਨੇ ਜਿਨ੍ਹਾਂ ਕੋਲ 3-3 4 ਘਰ ਨੇ। ਔਰ ਉਹਦਾ ਕੀ ਹੋਏਗਾ ਜਿਹਨਾਂ ਕੋਲ 1 ਹੀ ਘਰ ਹੈ, ਜਿਹਨਾਂ ਨੇ ਹੁਣੇ ਲਿੱਤਾ ਸੀਗਾ ਔਰ ਜਿਹਨਾਂ ਦੇ ਕੋਲ ਜਿਹਨੂੰ ਕਹਿੰਦੇ ਨੇ ਉਹਨੂੰ ਵੀ ਅਫੋਰਡ ਕਰਨਾ ਔਖਾ ਹੋ ਰਿਹਾ। ਨਾਲ ਉਹਨਾਂ ਭਾਈ ਸਾਹਿਬ ਨੇ ਇਹ ਵੀ ਕਿਹਾ ਕਿ ਇੰਟਰਸਟ ਰੇਟ ਚਾਹੇ ਉੱਤੇ ਹੀ ਰਹੇ। ਨਹੀਂ ਜੀ ਮੈਂ ਰਿਕੁਐਸਟ ਕਰਾਂਗਾ ਇਹ ਕਿਹਾ ਜਾਏ ਕਿ ਇੰਟਰਸਟ ਰੇਟ ਆਪਣਾ ਇੱਕ ਫੇਅਰ ਲੈਵਲ ਤੇ ਆ ਜਾਏ ਜੋ ਕਿ ਪਹਿਲੇ ਅਸੀਂ ਗੱਲ ਕੀਤੀ ਸੀ 4.5 ਦੇ ਆਸ-ਪਾਸ। ਸਟ੍ਰੈਸ ਟੈਸਟ ਦੇ ਉੱਤੇ ਗੱਲ ਕਰਨੇ ਅਗਰ ਸਟ੍ਰੈਸ ਟੈਸਟ ਹਟ ਜਾਏ ਜਾਂ ਘੱਟ ਹੋ ਜਾਏ ਤਾਂ ਫਿਰ ਬਾਹਰ ਮਾਰਕੀਟ ਵਿੱਚ ਆ ਸਕਦਾ ਹੈਗਾ। ਜੀ ਯੁਧਵੀਰ ਜੀ। ਪੰਕਜ ਜੀ ਤੁਹਾਡੀ ਓਪਨਿੰਗ ਸਟੇਟਮੈਂਟ ਸਰ। ਜੀ ਬਿਲकुल युधवीर जी, मैं बस यही कहना चाहूँगा पीके जी ने वैसे बड़ी अच्छी तरह एक्सप्लेन कर दिता कि इकोनॉमी में वाकई काफी इम्पैक्ट आ सकता है और साडी इकोनॉमी वैसे ही स्लो डाउन हो रही है। जिवें मैं पिछले स्टेटमेंट भी एक कहा सीगा GDP साडी फ्लैट हो गई है, बल्कि US भी चीज़ां आ रही ने। साडे जिहड़े जिवें डेप्यूटी गवर्नर जिहड़े ने वो भी ये गल्लां कर रहे हैं कि सानू शायद इंटरस्ट रेट वधाउण की जरूरत ना पड़े। ते आने वाले टाइम च नसीब सानू पता ही है कि कई रिपोर्टां होर आनियां ने क्योंकि 25 अक्तूबर साडी डेट है जिहड़ी बेसिकली इंटरस्ट रेट अनाउंसमेंट की डेट है। लेकिन उस तो पहला 2 रिपोर्टां आनियां ने। एक तो फ्राइडे नूं आनी है जिहड़ी कि इंप्लॉयमेंट की रिपोर्ट है, उस तो बाद 17 अक्तूबर नूं साडी इन्फ्लेशन की रिपोर्ट आनी। सो ये 2 रिपोर्टां जिहड़ियां ने वैसे तो ये 2 रिपोर्टां बहुत मायने रखदियां ने उस इंटरस्ट रेट वास्ते, लेकिन जिहड़ियां पिछलियां जिन्नियां भी रिपोर्टां ने हाले तक सानू ये दसदियां पियां ने कि इन्हां नूं वधाउण की जरूरत नहीं है बट दे विल कीप इट लॉन्गर टाइम नाउ। जी दे विच गिरीश जी तुसी आंदे रहो। गिरीश जी गो अहेड। हेलो जी, नमस्कार जी। अच्छा सबूर साहब आप कहते हैं जी स्ट्रेस टेस्ट आड़े आ रहा है। अगर ये स्ट्रेस टेस्ट ना होता तो जो बंदा प्रिंसिपल होम ओनर है वो भी सड़क पे आ जाता जी। अब आप बताइए इसके जो दोबारा अगर स्ट्रेस ना होता तो जिसने बंदे ने अपने रहने के लिए लिया हुआ है वो भी आया था। वेरी राइट। नहीं मैं आज बोल रहा हूँ सर ये स्ट्रेस टेस्ट तब तक तो बिल्कुल ठीक था जब इंटरेस्ट रेट 2% था तो स्ट्रेस रेट उसके ऊपर जोड़ के 4% में ले लिया, लेकिन वो तब भी उनके लिए टफ था। जब 5% था तो स्ट्रेस रेट 2% जुड़ गया तो 7% हो गया, तब भी उनके लिए टफ था। अगर ये ना होता तो बिल्कुल ठीक कह रहे हैं सर गिरीश जी, आपके मैं 100% सहमत हूँ कि वो सड़क पे आए थे। लेकिन अब लेवल इतना हाई हो चुका है कि मैं आज की बात कर रहा हूँ। अब जो है स्ट्रेस टेस्ट के ऊपर को ढील आनी चाहिए ताकि जो बंदा आम आदमी जो नहीं ले पा रहा वो ले पाए। नहीं इसलिए बोल रहा था। नहीं लेकिन सवाल साहब जो रूल्स रेगुलेशंस बनाए जाते हैं वो जो बन गए तो वो बन गए, उनमें चेंज नहीं। कैसे बन गए? रुकिए 1 मिनट सर, कैसे बन गए? हटेंगे, हटने चाहिए, हटते हैं, आते हैं, जाते हैं, रूल बनते हैं, हालात के हिसाब से बनते हैं, इकोनॉमी के हिसाब से बनते हैं। अब वो टाइम आ गया है और कई लोगों ने आवाज उठाई है कि स्ट्रेस रेट को थोड़ा ढीला किया जाए क्योंकि मैक्सिमम लेवल अब आ चुका है।
जी वो तो बदलते रहते, फिक्स तो रहता नहीं कोई भी सर। अब देखिए छोटी सी बात मैं आपको बता दूं, सॉरी अभी छोटी सी बता रहा हूँ, जो भी फेड ने जो हेल्प करी है अलग अलग म्यूनिसिपैलिटीज की कि भाई हम तुम्हारे को फंडिंग करेंगे और तुम अपने बनाओ, उसके अंदर ही बहुत सारी बातें शुरू हो चुकी हैं। बहुत अलग अलग म्यूनिसिपैलिटीज ने कहना शुरू कर दिया है कि जी ये सिर्फ फंडिंग से कोई काम नहीं बनता, कोई बाकी इंफ्रास्ट्रक्चर के लिए भी हेल्प करो। तो अब इसको रूल को फिर बदलने की बात चल रही है, थोड़ा सा और भी कुछ किया जाए जी। लेकिन सरवर साहब थोड़ा सा अगर आपको टाइटनिंग करना है तो फिर ये करना ही पड़ेगा। एनीवे मेरा दूसरा पॉइंट ये है, ये नहीं लगता है कि ये जितने इन्वेस्टर और जितने असाइनमेंट सेल और ये सब थे, इन लोगों ने ज्यादा हाउस परचेस को आ चुके हैं सर, सड़क पे आ चुके हैं सारे, मेजॉरिटी रोज मुझे मिलते हैं, बल्कि मेरे से डांट भी खाते हैं। मैं बता दूं आपको, जो लोग तो स्पेकुलेटर थे और जिन्होंने इस चक्कर में कमाने के लिए लिया, मैं बड़ा ओपनली कह रहा हूं उनको सड़क पे आना चाहिए। मैं आपके साथ सहमत हूँ 100%। पर कुछ ऐसे भी लोग मेरे पास आ रहे हैं जो क्लोज करा सकते हैं, बैंक लोन दे सकता है, वो ले सकते हैं, फिर भी आगे कहते हैं जी मेरा बेच दो, क्लोजिंग से पहले बेच दो, मुझे प्रॉफिट नहीं चाहिए। कल ही एक क्लोजिंग हुई है किसी भाई साहब की जो $2 लाख प्रॉफिट कमा सकते थे, वो कहते मुझे नहीं चाहिए प्रॉफिट, मेरे को बेच दो। इतने डरे हुए हैं इन इंटरेस्ट रेट से, और उसको मॉर्गेज भी मिल सकती थी, सब कुछ हो सकता था, वो कहते नहीं जी बेच दो। कल बेचा है और बेचने के बाद कांग्रेचुलेशन का लेटर जाता है हमारा अक्सर हमारे क्लाइंट्स को, और वहां पर कांग्रेचुलेशन का लेटर नहीं गया, और मेरा जवाब आता क्या, आई फील पिटी ऑन यू। मतलब इतना गंदा कोई लैंग्वेज को लिख सकता है रियल्टर अपने क्लाइंट के लिए? मैंने लिख के भेजा, आई फील पिटी ऑन यू, कि अगर आपके अंदर इतना ही चिकन हार्ट था तो वाई यू हैव बुक्ड। हालांकि लॉस नहीं हुआ, घाटा नहीं हुआ उसको, लेकिन 2 लाख प्रॉफिट हो सकता था अगर वो उसको क्लोज करा के 1-1.5 साल रख लेता। वो कहते मुझे चाहिए नहीं। अभी भी 2-4 और हैं, मेरे खुद के भी हैं जो कि सॉलिड है, मेरे कमजोर से इतना काम करता ही नहीं सर, सॉलिड है, वो डरे बैठे हैं, कहते नहीं जी भेज दो, हम टैक्स भी सीआर को दे देंगे। मैंने कहा असाइनमेंट में भेजने का बड़ा मोटा टैक्स लगता है, ना तुम्हें मिल रहा है ना बायर को मिल रहा है, सीआर को मिल रहा है, कोई बात नहीं भेज दो। मैंने बड़े अच्छे लेटर लिखे, ईमेल्स भेजी कि आपका मुझे कोई रीजन दे दो, कहते रीजन तो यही है कि हमें डर लगा हुआ है, बस ये डर है। तो ऐसी बात नहीं है सर, मार्केट के अंदर जिसे कहते हैं वो लोग जो है जो कि स्पेकुलेटर थे उनको आना भी चाहिए। मैं 100% आपसे सहमत हूँ सर। अच्छा एक चीज और है सर, मान लीजिए मुझे घर बेचना है, मैंने अच्छा रियल्टर बहुत इंटरव्यू किया, सब कुछ किया, फिर भी ना मुझे कुछ संभव लग रहा है कि मैंने ना गलत डिसीजन दे दिया। मैं 30 दिन के बाद मेरा घर नहीं बिकता, मैं 30 दिन के बाद उस रियल्टर से पीछा छोड़ना चाहता हूँ, ऐसे पॉसिबल है? तो कैसे पॉसिबल है जी? नहीं, आपको उसका एग्रीमेंट के अंदर आप उसकी जो है उसके एग्रीमेंट लिस्टिंग एग्रीमेंट 30 दिन का करिए। तो वो सिंपल सी बात है, अगर आपने अपने रियल्टर के साथ 90 डेज का एग्रीमेंट साइन किया है, दोनों जब तक म्यूचुअल एग्री नहीं करेंगे आप कैसे कैंसिल कर सकते हैं? सवाल ही उठता। आप शुरू की गलती की हुई है। अब एक बात और भी है, अभी रुक जाइए, अभी यहाँ तक बात खत्म नहीं हुई। उसके बाद आप नीचे देखिए एक और क्लॉज होती है, होल्ड ओवर पीरियड। उस रियल्टर ने क्या किया कि 90 डेज का तो आपने साइन करा लिया, उसके बाद भी आपको 90 डेज के लिए बांध दिया, होल्ड ओवर क्लॉज डाल दी 4 महीने की, मान लो 120 दिन के लिए। उसके बाद भी खत्म होने के बाद भी 4 महीने के अंदर अंदर अगर आप डायरेक्ट किसी को भेज देते हैं तो कमीशन उस रियल्टर को जाती है। ये सर साइन करते वक्त आपको पढ़ना चाहिए। ये मेरे ऑफिस के हर रियल्टर को समझाया जाता है कि ये पूरा एग्रीमेंट पढ़ के दिखाओ ताकि इसको गलतफहमी ना रहे कि भाई ये कहाँ साइन कर रहा है। अगर आप 1 महीने तक आपको सेटिस्फेक्शन नहीं हुई, उसमें क्लॉज डाल दीजिए, अगर 1 महीने के अंदर आई विल बी सेटिस्फाइड, मैं 1 महीने के लिए फिर एक्सटेंड कर दूंगा, लेकिन शुरू में 1 महीने के लिए करिए। पर जब आपने 90 डेज के लिए साइन किया है तो आप उसको कैंसिल नहीं कर सकते जब तक दोनों डिसाइड आपस में नहीं करते, दोनों म्यूचुअली नहीं एग्री करते। हाँ जी, तो मैं साइन करने के पहले क्या उसमें क्लॉज डाल सकता हूँ कि 30 दिन के बाद अगर मेरा घर नहीं बेचा तो मेरा आपसे कोई लेना देना नहीं है? इज इट पॉसिबल? नो। क्यों नहीं पॉसिबल जी? तो अब क्यों नहीं पॉसिबल? तो पूछो लॉर्ड, आपने जब साइन 90 डेज का किया हुआ है तो घर होल्ड करिए सर। आपने मेरे सोचा 30 दिन अगर है तो 100% क्लॉज डालने की जरूरत ही नहीं है ना, ऑटोमेटिकली कैंसिल हो गया वो तो 30 दिन के बाद। लेकिन अगर आप क्लॉज की बात कर रहे हैं तो फिर कंट्रोवर्सी है। वो कहेगा मुझे रीजन दे दो, वो कह रहा है कि मैं प्राइस लाया था आप नहीं ले रहे, आपने ये कंडीशन नहीं, वो झगड़े में नहीं पड़ेगा। सीधी सी बात है, क्लॉज 30 डेज का डाल दो अगर आप 30 डेज तक सेटिस्फाइड नहीं है तो। मैं तो सिर्फ नहीं चाहता हूँ कि 30 डेज के बाद अगर मुझे लगा कि रियल्टर की परफॉर्मेंस ठीक नहीं है, मैं दूसरा देखना चाहता हूँ या जो भी है, तो मैं 30 दिन के बाद मैं उसे बिल्कुल बाहर निकलना चाहता हूँ, मैं दूसरा हायर करना चाहता हूँ। वो पॉसिबल? परफॉर्मेंस की परिभाषा सर है कि अपनी अपनी है ना, आपकी परिभाषा परफॉर्मेंस की अलग है, उसकी अलग है, तीसरे की अलग है, रिको की अलग है, ट्रस्ट की अलग है, तो लॉयर्स की अलग है। तो वो तो परफॉर्मेंस बेसिस के ऊपर आप एक अलग से अपना एग्रीमेंट बना लीजिए, उस एग्रीमेंट के अलावा अलग से एक एग्रीमेंट बना लीजिए कि मैं 30 दिन के बाद आई हैव राइट ऑफ रिफ्यूजल, मैं आपको मना कर
सकता हूँ और मैं तुम्हारी परफॉर्मेंस को इवेल्युएट करूंगा, बट आई स्टिल टेल यू आई एम नॉट ए लॉयर, इट्स ए ग्रे एरिया। लॉयर से बात कर लीजिए, कल को आप फंस ना जाए। पीके जी एक चीज हो रहा है गिरीश जी, आप इसको थोड़ा सा मेरे ख्याल आप पीके जी जो एक्सप्लेन करना चाह रहे हैं वो आप समझ नहीं पा रहे हैं। आप उसको लिस्टिंग ही 30 दिन की दीजिए। 30 वही तो मैं बोल रहा हूँ बार बार। ठीक लगेगा तो फिर आप एक्सटेंड कर दीजिएगा, बस ये सब चीजें सारी सब खत्म हो जाती है। लिस्टिंग ही 30 दिन की दीजिए। नहीं, अभी सवाल जी ने बोला कि 90 दिन और उसमें एक्स्ट्रा। मैंने कब कहा? होल्ड ओवर को भी आप कम कर दीजिए, होल्ड ओवर को भी आप 30 दिन कर दीजिए। वो तो आपके हाथ है ना, साइन करते वक्त। साइन करते वक्त आपके पास में है, आप जो मर्जी कर सकते हैं। तो ये एग्रीमेंट में लिखा होता है वो सब कुछ आप भरते हैं ना उस वक्त। देखो ये टेम्पलेट है, उसके अंदर लिखा हुआ है लिस्टिंग आपने साइन करी, वो डैश कॉलम उसमें आप वो भरता है। मैंने तो 6-6 महीने भरते हुए देखा है, करते ही नहीं है, साइन कर देते हैं। तब तो वो बहुत भाई होता है, बहुत अच्छा दोस्त होता है, उससे बढ़िया इंसान कोई नहीं होता। और जब नहीं दिखता तो वही रियल्टर दुश्मन हो जाता है। तो इसलिए पहले ध्यान से पढ़ो ना, साइन करने से पहले उसको बोलो ये 30 दिन लिखे, दैट्स ऑल। लेकिन एक मिनट, लेकिन एक अच्छा रियल्टर 30 दिन के लिए साइन ही नहीं करेगा। क्यों नहीं करेगा? वो कहेगा जी मेरे को तुमने टाइम ही नहीं दिया बेचने का। मैं इतने बड़े, वो अगर एक्सपेंस कर रहा है मार्केटिंग के ऊपर, वो इतने बड़े बड़े एक्सपेंस कर रहा है और कहेगा जी मैं यहाँ पर खर्चा करके आपकी मार्केटिंग, आपके घर को मैं बिल्कुल हर जगह पहुंचा दूं, जैसे वो हर जगह पहुंचे तो आप बोलो जी कैंसिल, तो वो कैंसिल, वो 30 दिन के लिए रियल्टर मना कर देगा आपको। जब फेयर, जहाँ पर मैं कहता हूँ जब फेयर है दोनों के लिए, वो एटलीस्ट 60 डेज है। ठीक है जी। अच्छा मोगर साहब से सवाल, मोगर साहब ये जो पुराने रूल्स जो बने हुए हैं, इन्फ्लेशन 2% ही चाहिए, एम्प्लॉयमेंट रेट कम चाहिए, ये सब तो पुराने जमाने के रूल है। फिर जमाना बदल गया है तो कुछ इनको रिवाइज नहीं करना चाहिए इन लोगों को? सर एक्चुअली ये कोई रूल नहीं बने हुए हैं, दैट्स अ स्टैंडर्ड बेसिकली। इतना रहता है तो इकोनॉमी हमारी ठीक रहती है। तो अभी भी वो कोई बहुत हार्ड एंड फास्ट रूल पे नहीं बैठे हुए, लेकिन हमारी इन्फ्लेशन इतनी बढ़ चुकी है इन कंट्रीज की कि उनको अगर वो 2% की बात कर रहे हैं लाने की, तो 2% लाके भी उसके बाद वो 2, 2.5, 3 के बीच में भी रह सकती है लंबे टाइम के लिए। तो ऐसा नहीं है, लेकिन उनका बोलना है कि वो बोल रहे हैं, लेकिन कोई रूल नहीं बने हुए हैं। लेकिन इकोनॉमी इस हिसाब से ठीक चलती है अगर 2% के हिसाब से रखें। अगर हम 3% के हिसाब से इकोनॉमी का इन्फ्लेशन लेके चलेंगे तो उतनी हमें वेज ग्रोथ भी चाहिए, उतना बिजनेस भी चाहिए, फिर वो उतनी तेजी से बढ़ती चली जाती है। तो हमें जितना कम हो सके महंगाई को कम रखना है, ताकि आने वाले टाइम में ये ना हो कि हमारे डॉलर की वैल्यू गिरती चली जाए। जैसे अब बाकी कंट्रीज को देखो, आप जो थर्ड वर्ल्ड कंट्रीज में आते हैं, उनकी अगर इन्फ्लेशन हाई रहती है तो उनके जो करेंसी है उसकी वैल्यू बहुत ज्यादा गिरती है बाकी कंट्रीज के मुकाबले जिनकी इन्फ्लेशन कम होती है। सो हम भी उसी कैटेगरी में आ जाएंगे फिर, इसलिए उसको स्टैंडर्ड रखना पड़ता है। ओके, एक लास्ट सवाल ये है कि जीडीपी जो है ये कैसे मैं समझूं? मुझे मतलब क्या दिखाई दे बाहर कि वो कोई चीज महंगी हो गई, सस्ती हो गई, प्रोडक्शन चालू हो गई है, प्रोडक्शन घट हो गई है? आप ऐसे नहीं देख सकते, आप ऐसा नहीं कर सकते। ये तो रिपोर्ट्स बेस्ड होती है, आपको नहीं दिखेगा। ऐसे दिखने लगेगा तो फिर तो हर कोई बता देगा भैया चलते फिरते ही सड़क पे, अच्छा मेरे को तो ये दिख रहा है जी अब जीडीपी डाउन हो गई। नहीं सर ये बहुत सारी चीजें कैलकुलेट होती हैं इसमें। तो उस हिसाब से सर्विस इंडस्ट्री है, प्रोडक्शन है, कितना पैसा खर्च हुआ है, ये सारी चीजें आपके पास कोई रिपोर्ट नहीं होगी। ओके, थैंक यू सो मच फॉर नाउ। थैंक यू। नेक्स्ट कॉल जी। हाँ जी गुरशरण जी, ਤੁਸੀਂ ਆਉਂਦੇ ਰਹੋ। ਗੁਰਸ਼ਰਨ ਸਿੰਘ ਜੀ ਗੋ ਹੈਡ। ਸਤਿ ਸ਼੍ਰੀ ਅਕਾਲ ਸਾਰਿਆਂ ਜਣਿਆਂ ਨੂੰ। ਸਤਿ ਸ਼੍ਰੀ ਅਕਾਲ सर। ਤੇ ਠੀਕ ਹੈ, ਮੇਰਾ ਕੁਐਸਚਨ ਸੀਗਾ ਤੁਹਾਨੂੰ ਵੀ ਆ ਕਈ ਬਿਲਡਰ ਆਫਰ ਕਰਨ ਲੱਗ ਪਏ ਆ ਵੀ ਤੁਹਾਨੂੰ 3 year ਮੌਰਗੇਜ ਦੇ ਦਿੰਦੇ ਆ 399 ਨੂੰ, ਕੋਈ 375 ਤੇ ਆ ਗਏ ਆ। ਤਾਂ ਇਹ ਬਿਲਡਰ ਦੇ ਨਾਲ ਇਹ ਡੀਲ ਕਰਨ ਵਾਸਤੇ ਕਿਹੜੀ ਗੱਲ ਦਾ ਖਿਆਲ ਰੱਖਣਾ ਚਾਹੀਦਾ? सर जी वो फाइन प्रिंट देख लो, थल्ले की लिखा प्रोवाइडेड यू आर अप्रूव्ड। वो बंदा उन्हें कह देना जी मेरे क्राइटेरिया अंदर नहीं आ रहे, ਤੁਹਾਡਾ ਡੀਲ ਫਰਮ ਹੋ ਗਈ। ਫਰਮ ਹੋਣ ਦੇ ਬਾਅਦ ਤੁਸੀਂ ਲੈ ਲਿਆ, ਲੈਣ ਦੇ ਬਾਅਦ ਪਤਾ ਚੱਲਿਆ 10 ਦਿਨ ਦੇ ਬਾਅਦ ਕੂਲਿੰਗ ਪੀਰੀਅਡ ਖਤਮ ਹੋ ਗਿਆ। ਉਹਦੇ ਬਾਅਦ ਪਤਾ ਚੱਲਿਆ ਬਿਲਡਰ ਨੇ ਰਿਫਿਊਜ਼ ਕਰਤਾ, ਕਹਿੰਦਾ ਜੀ ਤੁਹਾਡਾ ਤਾਂ ਕ੍ਰੈਡਿਟ ਹੀ ਖਰਾਬ ਹੈ ਜਾਂ ਤੁਹਾਡੀ ਇਨਕਮ ਜਸਟੀਫਾਈ ਨਹੀਂ ਕਰ ਰਹੀ। ਉਹ ਉਹਨੂੰ ਹੀ ਦੇਣਗੇ ਨਾ ਜੀ ਜਿਹੜੇ ਕਿ ਜਿਨ੍ਹਾਂ ਦੀ ਇਨਕਮ ਜਸਟੀਫਾਈ ਕਰ ਰਹੀ ਹੈ ਨਾ। ਇਫ ਯੂਰ ਇਨਕਮ ਜਸਟੀਫਾਈਡ, ਯੈਸ ਇਟਸ ਅ ਵੈਰੀ ਗੁੱਡ ਆਫਰ ਬਾय ਦ ਬਿਲਡਰ। ਬਾਹਰੋਂ ਤੁਹਾਨੂੰ ਮਿਲ ਰਿਹਾ 3 ਸਾਲ ਵਾਸਤੇ 3.99 ਦੇ ਰਿਹਾ। पर एक गल का ध्यान रख लो सर, मैं छोटी जी कैलकुलेशन तुहानू करके दे रहा, ज्यादा वड्डी कैलकुलेशन नहीं हैगी। मान लो तुहानू बाहर इंटरेस्ट रेट मिल रहा 6.5%, ठीक है जी, उन्हें सिंपलीफाई कर देना, चलो होर ज्यादा थोड़ा 6 कर देने, तुहानू 3.99 के उत्ते दे रहे 2%। सर अगर थोड़ी मॉर्गेज 6 लाख हैगी तो 2% का मतलब की होया साल का 12,000, 3 साल का कितना होया घटते 12 36 की जगह रह जाएगा, लेकिन 32-33,000। एक किस्म नाल
ਉਹ ਤੁਹਾਨੂੰ ਡਿਸਕਾਊਂਟ ਦੇ ਰਿਹਾ ਤੁਹਾਡੀ ਪ੍ਰਾਪਰਟੀ ਦੇ ਉੱਤੇ। ਦੂਜੇ ਪਾਸੇ ਦੇਖ ਲਓ ਕਿਧਰੇ ਇਹ ਨਾ ਹੋਏ ਕਿ 60,000 ਪ੍ਰਾਪਰਟੀ ਮਾਰਕੀਟ ਤੋਂ ਮਹਿੰਗੀ ਹੋਏ ਔਰ ਤੁਹਾਨੂੰ ਉਹਨੇ 32-33,000 ਦੇ ਕੇ ਤੁਹਾਨੂੰ ਇੱਕ ਕੈਰਟ ਪਕੜਾਤੀ, ਐਵੇਂ ਜੀ ਖੁਸ਼ ਹੋ ਜਾਓ ਆ ਜਾਓ, ਔਰ ਤੁਸੀਂ ਮੌਰਗੇਜ ਦੇ ਚੱਕਰ 'ਚ ਖੁਸ਼ ਹੋ ਗਏ ਔਰ ਉਹਨੇ ਪਹਿਲੇ ਤੁਹਾਡੇ ਕੋਲ 50-60,000 ਫालतू ਕਮਾ ਲਿਆ। ਇਹ ਚੀਜ਼ਾਂ ਧਿਆਨ ਰੱਖਣੀਆਂ ਬਹੁਤ ਜ਼ਰੂਰੀ ਨੇ ਸਰ। ਠੀਕ ਹੈ, ਨੈਕਸਟ ਨੰਬਰ। ਥੈਂਕ ਯੂ ਬਹੁਤ ਥੈਂਕ ਯੂ ਜੀ, ਬਹੁਤ ਸ਼ੁਕਰੀਆ। ਇਸ ਤੋਂ ਪਹਿਲਾਂ ਕਿ ਅਗਲੀ ਕਾਲ ਵੱਲ ਵਧੀਏ ਔਰ ਬਾਕੀ ਅਸੀਂ ਗੱਲਬਾਤ ਕਰੀਏ, ਤੁਹਾਡੇ ਵੱਲੋਂ ਕ੍ਰਿਕਟ ਦੇ ਮੈਸੇਜ ਆ ਰਹੇ ਨੇ ਔਰ ਅੱਜ ਬੇਨਤੀ ਵੀ ਹੈ ਕਿ ਜੀ 1 ਘੰਟਾ ਕ੍ਰਿਕਟ ਦਾ ਸ਼ੋਅ ਬਿਲਕੁਲ ਅੱਗੇ ਹੋਏਗਾ ਜੀ, ਵਰਲਡ ਕੱਪ ਸਪੈਸ਼ਲ ਜਿਸ ਤਰ੍ਹਾਂ ਤੁਹਾਡਾ ਹੁਕਮ ਹੋਇਆ। ਲੇਕਿਨ ਉਸ ਤੋਂ ਪਹਿਲਾਂ ਕਿ ਮੈਂ ਕ੍ਰਿਕਟ ਦੇ ਗੱਲ ਕਰਾਂ, ਪੀਕੇ ਜੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਕਿ ਸਾਡੇ ਜਿੰਨੇ ਵੀ ਸਪਾਂਸਰਸ ਹੈਗੇ ਨੇ ਉਹਦੇ ਵਿੱਚੋਂ ਟਾਈਟਲ ਸਪਾਂਸਰ ਪੀਕੇ ਸਬਰਵਾਲ ਜੀ ਨੇ ਦਿੱਤੀ ਹੈ। ਜਿੰਨੀ ਵੀ ਤੁਸੀਂ ਕ੍ਰਿਕਟ ਦੀ ਕਵਰੇਜ ਦੇਖ ਰਹੇ ਹੋ ਉਹਦੇ ਵਿੱਚੋਂ ਸਾਡੀ ਜਿਹੜੀ ਟਾਈਟਲ ਸਪਾਂਸਰਸ਼ਿਪ ਹੈ, ਸਭ ਤੋਂ ਪਹਿਲੀ ਸਪਾਂਸਰਸ਼ਿਪ ਔਰ ਟਾਈਟਲ ਸਪਾਂਸਰਸ਼ਿਪ ਦੈਟ ਵਾਜ਼ ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸਬਰਵਾਲ ਸਾਹਿਬ। ਸੋ ਸਰ ਕ੍ਰਿਕਟ ਦੀ ਸਾਡੀ ਸਾਰੀ ਕਵਰੇਜ ਸਪਾਂਸਰ ਕਰਨ ਲਈ ਟੀਮ ਸਬਰਵਾਲ, ਪੀਕੇ ਸਬਰਵਾਲ ਜੀ ਤੁਹਾਡਾ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਕਰਨਾ ਚਾਹਾਂਗਾ। ਜੀ ਮੈਂ ਦੇਖੋ ਗੱਲ ਇਸ ਤਰ੍ਹਾਂ ਕਿ ਤੁਹਾਡੇ ਪ੍ਰੋਗਰਾਮ ਇੰਨੇ ਚੰਗੇ ਹੁੰਦੇ ਨੇ ਕਿ ਬੰਦੇ ਦਾ ਖੁਦ ਹੀ ਦਿਲ ਕਰ ਜਾਂਦਾ ਕਿ ਮੈਂ ਆਵਾਂ ਅੱਗੇ ਵਧਾਂ, ਕਿਉਂਕਿ ਗੱਲ ਇਸ ਤਰ੍ਹਾਂ ਕਿ ਤੁਹਾਡੇ ਸਾਡੇ ਲਿਸਨਰ ਸ਼ੌਕੀਨ ਹੈਗੇ ਨੇ ਸਾਰੇ ਕ੍ਰਿਕਟ ਦੇ, ਪਲੱਸ ਦੇ ਆਰ ਸੋ ਨਾਈਸ, ਇੰਨੇ ਖੁੱਲ ਕੇ ਗੱਲਾਂ ਕਰਦੇ ਨੇ। ਜਿਸ ਤਰ੍ਹਾਂ ਹੁਣ ਗਰੀ ਜੀ ਦਾ ਮੈਸੇਜ ਆਇਆ, ਉਸ ਤੋਂ ਪਹਿਲੇ ਹੋਰ ਵੀ ਮੈਸੇਜ ਆਏ, ਬੜੇ ਖੁੱਲ ਕੇ ਮੈਸੇਜ ਆਏ, ਖੁੱਲ ਕੇ ਅਸੀਂ ਇਹ ਪਲੇਟਫਾਰਮ ਤੁਹਾਡਾ ਐਵਰੇਜ ਹੈਗਾ ਜੇ ਖੁੱਲ ਕੇ ਗੱਲਾਂ ਕਰਦਾ, ਮਤਲਬ ਕਿ even if we disagree but we agree that we disagree। ਕਈ ਵਾਰ ਕੀ ਹੁੰਦਾ ਕਿ ਅਸੀਂ disagree ਕਰਕੇ ਲੜਨ ਬੈ ਜਾਂਦੇ ਹਾਂ। ਇੱਥੇ ਕਿਸੇ ਭਾਈ ਸਾਹਿਬ ਨੇ ਕਿਹਾ ਕਿ ਮਾਰਕੀਟ ਗਿਰਨੀ ਚਾਹੀਏ ਜ਼ਬਰਦਸਤ, ਮੈंने ਮੁੰਗਾ ਨੇ ਕਹਾ ਨਹੀਂ ਗਿਰਨੀ ਚਾਹੀਏ, ਦੂਜੇ ਭਾਈ ਸਾਹਿਬ ਨੇ ਆ ਗਿਆ ਗਿਰਨੀ ਚਾਹੀਏ। ਅਸੀਂ ਡਿਸਕਸ਼ਨ ਕਰ ਰਹੇ ਹਾਂ, ਬੜਾ ਮਜ਼ਾ ਆ ਰਿਹਾ। ਤੁਸੀਂ ਪਲੇਟਫਾਰਮ ਦਿੱਤਾ ਹੋਇਆ ਖੁੱਲ ਕੇ ਗੱਲ ਕਰਨ ਦਾ, ਇਹਦੇ ਅੰਦਰ ਗਲਤ ਕੋਈ ਨਹੀਂ ਹੈਗਾ, ਠੀਕ ਕੋਈ ਨਹੀਂ ਹੈਗਾ, ਸਭ ਦੇ ਆਪਣੇ ਆਪਣੇ ਵਿਚਾਰ ਹੈਗੇ ਨੇ। ਦਿਸ ਇਜ਼ ਦਾ ਬਿਊਟੀ ਆਫ ਵਾਈ ਮੀਡੀਆ। ਤੁਹਾਡੇ ਵਾਈ ਮੀਡੀਆ ਦੇ ਅੰਦਰ ਤੁਸੀਂ ਵਿਚਾਰ ਬੋਲਦੇ ਹੀ ਨਹੀਂ ਹੈਗੇ ਹੋ, ਸਭ ਨੂੰ ਬੋਲਣ ਦਿੰਦੇ ਹੋ, ਤੁਸੀਂ ਬੋਲ ਲਓ ਜਿੰਨਾ ਬੋਲਣਾ ਹੈਗਾ। ਔਰ ਮੈਂ ਤੇ ਕੋਈ ਪਲੇਟਫਾਰਮ ਵਜ੍ਹਾ ਦੇਖਾ ਹੀ ਨਹੀਂ, ਮੈਂ ਝਟਕਾ ਅਚਾਨਕ ਅੱਛਾ ਓਕੇ ਨੈਕਸਟ ਅੱਛਾ, ਮਤਲਬ ਜੁੱਤੀ ਜਿਸ ਤਰ੍ਹਾਂ ਮੂੰਹ ਤੇ ਪੈਂਦੀ ਹੈ ਨਾ ਕਿਸੇ ਦੇ, ਇਸ ਤਰ੍ਹਾਂ ਜੁੱਤੀ ਪੈਂਦੀ ਹੈ। ਮੈਂ ਤੇ ਇਨਸਲਟ ਫੀਲ ਕਰ ਜਾਂਦਾ ਕਈ ਵਾਰ, ਜਿਸ ਤਰ੍ਹਾਂ ਕੋਈ ਰੋਕ ਦਿੰਦਾ, ਕੋਈ ਬਾਹਰ ਦੀ ਗੱਲ ਹੈ ਜੇ ਪੂਰੀ ਨਹੀਂ ਹੋਈ, ਜਾਂ ਬਾਹਰ ਕਹਿਣਾ ਸਰ ਲਿਸਟਨ ਦੀ ਗੱਲ ਹੈ ਜੇ ਪੂਰੀ ਨਹੀਂ ਹੋਈ, ਯੈਸ ਨੈਕਸਟ, ਯੈਸ ਨਾਟ ਅਲਾउड, ਯੈਸ ਨੈਕਸਟ, ਤੁਹਾਡੇ ਤੇ ਸਭ ਕੁਝ ਅਲਾउड ਹੈ। ਦੈਟ ਇਜ਼ ਦ ਬਿਊਟੀ। ਔਰ ਉੱਥੇ ਅਗਰ ਮੈਂ ਟਾਈਟਲ ਸਪਾਂਸਰ ਨਹੀਂ ਬਣਾਂਗਾ ਤੇ ਕੀ ਕਰਾਂਗਾ? ਟਾਈਟਲ ਦੇ ਉੱਤੇ ਕੋਈ ਯਾਦ ਮੈਨੂੰ ਦੱਸ ਦਿਓ ਸਰ। ਤੇ ਹੋਰ ਕੋਈ ਪਾਰਟੀਆਂ ਕਰਨੀਆਂ ਨੇ ਅਲੱਗ-ਅਲੱਗ ਜਗ੍ਹਾ, ਲੋਕਾਂ ਨੂੰ ਬੁਲਾ ਕੇ ਗਿਫਟ ਦੇਣੇ, ਮੈਨੂੰ ਦੱਸੋ, ਆਮ ਦੇਅਰ ਆਲਵੇਜ਼ ਦੇਅਰ। ਤੇ ਦਿਸ ਇਜ਼ ਦ ਬਿਊਟੀ। ਔਰ ਮੈਂ ਤੁਹਾਡੇ ਨਾਲ ਆਲਵੇਜ਼ ਹਾਂ, ਯੂ ਡਿਜ਼ਰਵ ਇਟ ਐਂਡ ਆਵਰ ਲਿਸਨਰਸ ਡਿਜ਼ਰਵ ਇਟ। क्या बात है युद्धवीर जी, क्या बात है पीके जी। बाकी युद्धवीर जी ਤੁਸੀਂ ਪੀਕੇ ਜੀ ਤੁਸੀਂ ਜਿਹੜੀਆਂ ਗੱਲਾਂ ਕਹੀਆਂ ਨੇ ਨਾ, ਐਕਚੁਅਲੀ ਤੁਸੀਂ ਉਹ ਚੀਜ਼ਾਂ ਕਹੀਆਂ ਨੇ ਜਿਹੜੀਆਂ ਕਿ ਐਕਚੁਅਲੀ ਅਸੀਂ ਮਹਿਸੂਸ ਕਰਦੇ ਹਾਂ ਕਿਸੇ ਹੋਰ ਰੇਡੀਓ ਤੇ ਜਿਵੇਂ ਚੱਲਦੀਆਂ ਹੁੰਦੀਆਂ। ਸੋ ਤੁਸੀਂ ਇੱਕ युद्धवीर ਜੀ ਦੀ ਇੱਕ ਖਾਸੀਅਤ ਮੈਂ ਪਤਾ ਨਹੀਂ ਸਟਾਰਟਿੰਗ ਤੋਂ ਹੀ ਦੇਖੀ ਹੈ, ਵਿਚ ਇਜ਼ युद्धवीर ਜੀ, ਥੈਂਕ ਯੂ ਫॉर दैट। ਐਂਡ ਪੀਕੇ ਜੀ ਤੁਸੀਂ ਟਾਈਟਲ ਸਪਾਂਸਰ ਬਣੇ ਹੋ, ਬਹੁਤ ਵੱਡੀ ਚੀਜ਼ ਹੈ ਸਰ, ਥੈਂਕ ਯੂ ਤੁਹਾਨੂੰ ਜੀ। ਬੜੀ ਸਵਾਲ ਹੈਗਾ, ਸਿੱਧੀ ਜੀ ਗੱਲ ਹੈ। ਅਸੀਂ ਖੁਦ युद्धवीर ਜੀ ਕਹਿੰਦੇ ਹੀ ਨਹੀਂ, ਕਾਲ ਹੀ ਨਹੀਂ ਕਰਦੇ, ਬੋਲਦੇ ਹੀ ਨਹੀਂ, ਸਾਨੂੰ ਕਹਿਣਾ ਪੈਂਦਾ युद्धवीर ਜੀ ਤੁਸੀਂ ਇੰਨਾ ਵੱਡਾ ਸ਼ੋਅ ਕਰ ਰਹੇ ਹੋ, ਜਗ੍ਹਾ ਕਰ ਰਹੇ ਹੋ, ਲੋੜ ਹੈ ਮੈਂ ਆ ਜਾ। ਕਹਿੰਦੇ ਜੀ ਆ ਜਾਓ, ਕਿੱਥੇ ਆ ਜਾਓ? ਮੈਂ ਕਿਹਾ ਜਿੱਥੇ ਤੁਸੀਂ ਕਹੋ ਮੈਂ ਆ ਜਾਣਾ। ਤੇ ਗੱਲ ਇਸ ਤਰ੍ਹਾਂ ਹੈਗਾ ਨਾ, ਕੰਟਰੀਬਿਊਸ਼ਨ ਲੱਗਦੀ ਹੈਗੀ, ਹਾਂ ਜੀ ਮੈਂ ਵੀ ਕੰਟਰੀਬਿਊਟ ਕਰ ਰਿਹਾ ਇੱਕ ਅੱਛੇ ਇਨਸਾਨ ਦੇ ਨਾਲ। ਥੀਸ ਆਰ ਗੁੱਡ ਵਾਈਬਸ ਯੂ ਗॉट ਦ ਬਲੇਸਿੰਗਸ। ਤੇ ਉਸ ਕਰਕੇ ਅਗਰ ਮੰਨ ਲਓ ਸਪੋਜ਼ ਕਰੋ ਸਪਾਂਸਰ ਟਾਈਟਲ ਨੂੰ ਛੱਡੋ, ਖੈਰ ਹੋ ਗਿਆ, ਲੇਕਿਨ ਇੱਕ ਆਮ ਸਪਾਂਸਰ ਵੀ ਕੋਈ ਨਾ ਆਏ ਔਰ युद्धवीर ਜੀ ਇਕੱਲੇ ਕਦਮ ਤੱਕ ਕਰਦੇ ਰਹਿਣਗੇ, ਮੈਨੂੰ ਦੱਸੋ, ਔਰ ਇੱਕ ਗੁੱਡ ਕਾਜ਼ ਹੋ ਰਿਹਾ। ਹੁਣ ਜਿਸ ਤਰ੍ਹਾਂ ਕਹਿ ਰਹੇ ਨੇ ਕਿ 1 ਘੰਟੇ ਦਾ ਸ਼ੋਅ ਕਰਾਂਗੇ ਅਸੀਂ ਅਜੇ, ਤੇ ਉਹ 1 ਘੰਟੇ ਦਾ ਸ਼ੋਅ ਕਰਨਗੇ, ਬਈ ਪੈਸਾ ਲੱਗਦਾ ਹੈ, ਕੁਛ ਇੰਨੇ EMPLOYE ਬੈਠੇ ਹੋਏ ਨੇ, ਮਿਲੀਅਨਸ ਦਾ ਡਾਲਰ ਜਿਹੜਾ ਹੈ ਲੱਗਿਆ ਪਿਆ, ਉਹਦਾ ਵਿਆਜ ਹੀ ਕਿਲੋ ਪੂਰਾ ਨਹੀਂ ਹੁੰਦਾ। ਤੇ ਐਟਲੀਸਟ ਬੰਦਿਆਂ ਨੂੰ ਵੀ ਆਉਣਾ ਤਾਂ ਪਏਗਾ ਨਾ ਸਰ, ਕਿ ਉਹਨੂੰ ਅਗਰ ਕਾਮਯਾਬ ਕਰਨਾ ਹੈ। ਹੁਣ ਅਸੀਂ ਆਖਰ ਕਰਕੇ ਬਹਿ ਜਾਵਾਂਗੇ ਤੇ ਅਸੀਂ ਕੱਲ ਨੂੰ ਕਹਾਂਗੇ ਜੀ ਉਹ ਚੈਨਲ ਦੇ ਅੰਦਰ ਨਾ ਮਜ਼ਾ ਨਹੀਂ ਆ ਰਿਹਾ। ਧਿਆਨ ਨਾਲ ਦੇਖੋ ਤੇ ਮਜ਼ਾ ਨਾ ਆਉਂਦਾ ਇੱਕ ਬੜਾ ਵੱਡਾ ਕਾਰਨ ਸਪਾਂਸਰ ਦਾ ਵੀ ਹੈਗਾ, ਜਿਹੜਾ ਇੱਕ ਤੇ ਨੈਗੋਸ਼ੀਏਟ, ਇੱਕ ਆ ਹੀ ਨਹੀਂ ਰਿਹਾ, ਉਹ ਅਗਰ ਆ ਰਿਹਾ ਤੇ ਨੈਗੋਸ਼ੀਏਟ ਕਰ ਰਿਹਾ। 5000 ਨਹੀਂ ਜੀ ਮੈਨੂੰ 4 ਲੈ ਲਓ, 4 ਨਹੀਂ ਜੀ 3 ਲੈ ਲਓ। ਤੁਸੀਂ ਕੀ ਕਹਿ ਰਹੇ ਹੋ ਕਿ ਤੁਸੀਂ ਇੱਕ ਕਿਸਮ ਨਾਲ ਨੈਗੋਸ਼ੀਏਟ ਕਰਕੇ ਉਹਦਾ ਸਟੈਂਡਰਡ ਖਰਾਬ ਕਰ ਰਹੇ ਹੋ, ਕਿਉਂਕਿ ਜਿਹੜਾ ਓਨਰ ਹੈਗਾ ਉਹਨੂੰ ਵੀ ਤਾਂ ਪੈਸਾ ਚਾਹੀਦਾ ਚਲਾਉਣ ਵਾਸਤੇ, ਉਹ ਪੂਰਾ ਟਾਈਮ ਲਗਾ ਰਹੇ, EMPLOYEਜ਼ ਇੰਨੇ ਰੱਖੇ ਹੋਏ ਨੇ। ਆਈ ਥਿੰਕ ਇਟ ਇਜ਼ ਗਿਵ ਐਂਡ ਟੇਕ, ਇਟ ਇਜ਼ ਏ ਹੈਂਡਸ਼ੇਕ। ਔਰ ਮਜ਼ੇਦਾਰ ਗੱਲ ਹੈਗੀ ਕਿ ਪੈਸਾ ਲਗਾ ਕੇ ਮੈਨੂੰ ਇਸ ਕਰਕੇ ਮਜ਼ਾ ਆਉਂਦਾ ਇੱਥੇ ਵਾਈ ਮੀਡੀਆ ਦੇ ਅੰਦਰ ਕਿ ਮੈਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਉਹ ਪੈਸਾ ਲੱਗ ਰਿਹਾ। ਹੁਣ ਦੇਖੋ ਨਾ ਬਾਡੀ ਸਾਹਿਬ ਇੱਥੇ ਸ਼ਰਟਾਂ ਮਿਲ ਰਹੀਆਂ ਨੇ, ਉਹ ਬ੍ਰੇਕਫਾਸਟ ਕਰ ਰਹੇ ਨੇ, ਲੰਚ ਦੇ ਰਹੇ ਨੇ, ਉਹ ਕੀ ਹੈਗਾ? ਉਹਨਾਂ ਨੂੰ ਲੋੜ ਹੈ ਨਹੀਂ, ਬਟ ਦੇ ਵਾਂਟ ਟੂ ਕੰਟਰੀਬਿਊਟ, ਹੀ ਵਾਂਟਸ ਟੂ ਕੰਟਰੀਬਿਊਟ। ਵਾਈ? ਬਿਕਾਜ਼ ਆਫ ਦਿਸ ਜੈਂਟਲਮੈਨ, ਦਿਸ ਹੰਬਲ ਜੈਂਟਲਮੈਨ। ਸਿੱਧੀ ਜੀ ਗੱਲ ਹੈਗੀ, ਸਿੰਪਲ। ਥੈਂਕ ਯੂ ਔਰ ਦੋਨਾਂ ਦਾ ਬਹੁਤ ਧੰਨਵਾਦ ਹੱਥ ਜੋੜ ਕੇ ਜੀ। ਬਹੁਤ ਸ਼ੁਕਰੀਆ ਪੰਕਜ ਜੀ, ਪਹਿਲਾਂ ਤੁਹਾਡਾ ਬਹੁਤ ਧੰਨਵਾਦ। ਯੂ ਆਰ ਆਲਵੇਜ਼ ਬੀਨ ਅ ਗ੍ਰੇਟ ਸਪੋਰਟ, ਗ੍ਰੇਟ ਬ੍ਰਦਰ, ਗ੍ਰੇਟ ਫਰੈਂਡ, ਐਡਵਾਈਜ਼ਰ। ਹਮੇਸ਼ਾ ਤੁਹਾਡਾ ਬਹੁਤ ਪਿਆਰ ਪੰਕਜ ਜੀ ਹਮੇਸ਼ਾ ਹੀ ਮਿਲਿਆ। ਔਰ ਪੰਕਜ ਜੀ ਮੈਂ ਹਮੇਸ਼ਾ ਹੀ ਕਹਿੰਦਾ ਕਿ ਵੀ ਆਰ ਬਲੈਸਡ ਕਿ ਸਾਡੇ ਉੱਤੇ ਬੜੇ ਭਰਾ ਪੀਕੇ ਜੀ ਦਾ ਹੱਥ ਹੈ, ਬਿਲਕੁਲ, ਜਿਨ੍ਹਾਂ ਦੀ ਸਪੋਰਟ ਬਲੈਸਿੰਗ ਹਰ ਫੀਲਡ ਦੇ ਵਿੱਚ ਹੈ।
ਔਰ ਮੈਂ ਇੱਥੇ ਪੀਕੇ ਜੀ ਬਹੁਤ ਬਹੁਤ ਸ਼ੁਕਰੀਆ। ਦੇਖੋ ਕੰਮ ਜਿਹੜਾ ਨਾ ਤੁਸੀਂ ਜਿਸ ਤਰ੍ਹਾਂ ਸਮਝਿਆ ਹੀ ਹੈ ਕਿ ਕੰਮ ਜਿਹੜਾ ਉਹ ਕਰਨ ਦਾ ਪੈਸ਼ਨ ਇੱਕ ਚੀਜ਼ ਹੈ, ਜਜ਼ਬਾ ਜਨੂਨ ਇੱਕ ਤਰਫ ਹੈ, ਬਟ ਜਦੋਂ ਤੱਕ ਅਸੀਂ ਉਹਦੇ ਵਿੱਚ ਫਾਈਨੈਂਸ਼ੀਅਲ ਰਿਸੋਰਸਿਸ ਨਹੀਂ ਲਗਾਵਾਂਗੇ ਕੰਮ ਦੀ ਉਹ ਕੁਆਲਿਟੀ ਨਹੀਂ ਆਉਂਦੀ। ਸੋ ਇਹ ਤੁਹਾਡਾ ਬਹੁਤ ਬਹੁਤ ਬੜਾਪਨ ਹੈ, ਤੁਸੀਂ ਹਮੇਸ਼ਾ ਖੁਦ ਪਿਆਰ ਦਿੰਦੇ ਹੋ। ਪੰਕਜ ਜੀ, ਜਦੋਂ ਮੈਂ ਪੀਕੇ ਜੀ ਨੂੰ ਉਸ ਦਿਨ ਵੀ ਗੱਲ ਕਰ ਰਿਹਾ ਸੀ, ਜਦੋਂ ਕੋਵਿਡ ਆਇਆ ਨਾ ਤੇ ਮੈਨੂੰ ਯਾਦ ਹੈ ਵੀ ਤੁਹਾਡੇ ਵੱਲੋਂ ਵੀ ਬੜੀ ਵਧੀਆ ਸਪੋਰਟ ਆਈ, ਹੋਰ ਵੀ ਕੁਝ ਸਪਾਂਸਰ ਵੱਲੋਂ ਬੜੀ ਵਧੀਆ ਸਪੋਰਟ ਆਈ। ਪੀਕੇ ਜੀ ਨੇ ਬਿਨਾਂ ਕਹੇ ਫੋਨ ਕਰ ਦਿੱਤਾ ਵੀ ਉਹ ਗੁਰਪ੍ਰੀਤ ਜੀ ਨੂੰ ਕਿਹਾ ਵੀ ਮੈਨੂੰ ਕਿਹਾ ਹੀ ਨਹੀਂ, ਮੈਨੂੰ ਵੀ ਕਿਹਾ ਗੁਰਪ੍ਰੀਤ ਜੀ ਨੂੰ ਫੋਨ ਕੀਤਾ, ਗੁਰਪ੍ਰੀਤ ਜੀ ਨੂੰ ਫੋਨ ਕੀਤਾ ਬਈ ਯਾਰ ਉਹ ਸਾਡਾ ਛੋਟਾ ਭਰਾ ਯੁੱਧਵੀਰ ਕਿਤੇ ਟਰੈਵਲ 'ਚ ਨਾ ਹੋਵੇ, ਸਾਲ ਦੀ ਇਨਵੌਇਸ ਭੇਜ ਦਿਓ ਪਹਿਲਾਂ ਹੀ। ਕੋਵਿਡ ਹੈ ਸਰ, ਅਨਸਰਟਨਟੀ ਤਾਂ ਪੀਕੇ ਜੀ ਲਈ ਵੀ ਹੋਏਗੀ ਨਾ ਵੀ ਘਰ ਵਿਕਣੇ ਆ ਕਿੱਦਾਂ ਕੀ ਹੋਣਾ ਹੈ। ਅਨਸਰਟਨਟੀ ਬੰਦਾ ਖੁਦ ਵੀ ਤੇ ਸੋਚਦਾ ਨਾ ਦੋ ਵਾਰੀ ਵੀ ਭਾਈ ਕੱਲ ਨੂੰ ਕੀ ਹੋਣਾ ਜੇ ਕਿਹੜੀ ਵੈਕਸੀਨ ਆ ਗਈ ਹੈ ਕਿਤੇ, ਠੀਕ ਹੈ ਕਿ ਨਹੀਂ। ਇਹ ਉਸ ਦੌਰ ਦੀ ਗੱਲ ਹੈ ਜਦੋਂ ਵੈਕਸੀਨ ਨਹੀਂ ਆਈ, ਇਹਨਾਂ ਨੇ ਗੁਰਪ੍ਰੀਤ ਜੀ ਨੂੰ ਫੋਨ ਕਰ ਦਿੱਤਾ ਕਿ ਭਾਈ ਸਾਹਿਬ ਸਾਲ ਦੀ ਇਨਵੌਇਸ ਉਹਨਾਂ ਨੂੰ ਕਹੋ ਵੀ ਭੇਜ ਦੇਣਾ। ਸੋ ਸਰ ਗੱਲ ਇਹ ਹੈ ਕਿ ਜਦੋਂ ਪੈਸੇ ਦੀ ਤਾਂ ਗੱਲ ਹੁੰਦੀ ਆ, ਫਾਈਨੈਂਸ਼ੀਅਲ ਰਿਸੋਰਸਿਸ ਦੀ ਵੀ ਗੱਲ ਹਮੇਸ਼ਾ ਹੁੰਦੀ ਹੈ, ਲੇਕਿਨ ਉਹਦੇ ਨਾਲ ਜਦੋਂ ਕੋਈ ਭਰਾ ਤੁਹਾਡੇ ਥੰਮ ਬਣ ਕੇ ਖੜੇ ਆ ਨਾ, ਤਾਂ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਵੀ ਕਿਸੇ ਨੇ ਤੁਹਾਡੇ ਨਾਲ ਮਾੜਾ ਕੀਤਾ ਨਾ, ਕਿਸੇ ਨੇ ਮਾੜਾ ਕੀਤਾ, ਉਹਨੂੰ 1 ਸੈਕਿੰਡ 'ਚ ਆਪਣੇ ਭਲੇ ਲਈ ਭੁੱਲ ਜਾਓ, ਆਪਣੇ ਭਲੇ ਲਈ ਵੀ ਤੁਹਾਡੇ ਆਪਣਾ ਬਹੁਤ ਵੱਡਾ ਫਾਇਦਾ ਹੋ ਜਾਏਗਾ। 1 ਸੈਕਿੰਡ 'ਚ ਉਹਨੂੰ ਭੁਲਾ ਦਿਓ ਕਿੰਨਾ ਵੀ ਬੁਰਾ ਕੀਤਾ, ਤੇ ਜਿਹਨੇ ਚੰਗਾ ਕੀਤਾ ਆ ਲਾਈਫ ਲੌਂਗ ਉਹਨੂੰ ਯਾਦ ਰੱਖੋ ਆਪਣੇ ਫਾਇਦੇ ਲਈ। ਬੀਇੰਗ ਇਨ ਗ੍ਰੈਟੀਟਿਊਡ ਹੀ ਕਹਿ ਦਿੰਦੇ, ਲਿਵ ਇਨ ਗ੍ਰੈਟੀਟਿਊਡ ਕੀ ਹੈ? ਜਿਹਨੇ ਚੰਗਾ ਕੀਤਾ ਉਹਨੂੰ ਸਾਰੀ ਉਮਰ ਬਾਰ-ਬਾਰ ਆਪਣੇ ਫਾਇਦੇ ਲਈ ਯਾਦ ਕਰੋ ਤਾਂ ਕਿ ਤੁਸੀਂ ਥੱਲੇ ਰਹੋ, ਹੰਬਲ ਰਹੋ, ਤੁਹਾਨੂੰ ਜਰਾ ਪੈਰ ਜ਼ਮੀਨ ਤੇ ਲੱਗੇ ਰਹਿਣ ਕਿ ਭਾਈ ਸਾਹਿਬ ਆਹ ਬੰਦਾ ਵਕਤ ਪੈਣ ਤੇ ਆਪਣੀ ਵੀ ਜ਼ਰੂਰਤ ਹੈ। ਸਰ ਕੋਵਿਡ ਸੀਗਾ, ਪੀਕੇ ਜੀ ਦੇ ਕਿਹੜਾ ਉੱਥੇ 500 ਮਿਲੀਅਨ ਦੀ ਲੋਟਰੀਆਂ ਲੱਗ ਰਹੀਆਂ ਸੀ, ਪੀਕੇ ਜੀ ਨੂੰ ਪਤਾ ਵੀ ਕੋਵਿਡ ਹੈ, ਹਜੇ ਕਿਹੜਾ ਅੱਗੇ ਵੈਕਸੀਨ ਆਈ ਹੈ, ਪਤਾ ਨਹੀਂ ਬਿਜ਼ਨਸ ਇੰਨਾ ਫੈਲਾਇਆ ਹੋਇਆ ਕੀ ਹੋਣਾ। ਉਹ ਬੰਦਾ ਦੂਸਰੇ ਨੂੰ ਕਾਲ ਕਰਕੇ ਕਹਿ ਰਿਹਾ ਕਿ ਭਾਈ ਸਾਹਿਬ ਸਾਲ ਦਾ ਉਹਨੂੰ ਕਹੋ ਜੀ ਇਨਵੌਇਸ ਭੇਜ ਦਿਓ, ਉਹਨੂੰ ਜਦੋਂ ਨੂੰ ਕਹੋ ਫਟਾਫਟ ਜਲਦੀ ਭੇਜ ਦਿਓ ਭਰਾ ਸਾਡੇ ਲਈ, ਠੀਕ ਹੈ ਨਹੀਂ। ਸੋ ਦਿਸ ਇਜ਼ ਦਾ ਬਿਊਟੀ ਆਫ ਤੁਸੀਂ ਮੈਨੂੰ ਸਰ ਦੂਜੀ ਗੱਲ ਪਤਾ ਕੀ ਹੈ, ਦੇਖੋ ਇੱਕ ਹੁੰਦਾ ਮੈਂ ਕਹਾਂਗਾ ਕਿ ਇਹ ਸੈਟਿਸਫੈਕਸ਼ਨ ਹੈ। ਸਰ ਸਪੋਜ਼ ਕਰੋ ਕਿ ਮੈਂ ਦੇ ਸਕਦਾ तो क्यों ना दिया। एक टाइम हरेक की जिंदगी च ਇਹੋ ਜਿਹਾ ਆਂਦਾ ਹੈ और आएगा, जिदा नहीं आया ਉਹਦਾ भी आएगा, जिस वक्त उन्होंने सिर्फ ब्लेसिंग्स की लोड़ है। पैसा देता आ गया, अगर घट मंनोगे तो पैसा बिलियन डॉलर भी घट है। तो देख रहे दुनिया की लोग किन्ने बिलियन से फ्रॉड कर रहे हैं। और अगर तुम्हारी जिंदगी सिंपल है तो मिलियंस भी बहुत ज्यादा खत्म ही नहीं हो सकता। सर खत्म ही नहीं हो सकता। मैं छोटा सा एग्जांपल देना, मेरे को प्लम्बर गोरा वाइट ना नहीं लागा, वो मेरे को 15 साल तो सीगा और हमेशा काम करता सीगा। धीरे धीरे मैनू 1-1.5 साल के अंदर नजर आना शुरू हो गया कि यह बंदा टाइट होना शुरू हो गया। बहुत क्यों टाइट हो गया मैंने नहीं पता, क्योंकि गोरे लोगों के अंदर तुसी कैनेडियन के अंदर जा नहीं सकते। तो एक बार मेरे से कोई प्लम्बरिंग की लोड़ पई, आई एम टॉकिंग अबाउट 5 years ago, कोविड तो पहले, ते वो आके मैंने कहता कि कोई चीज करनी चाहिए, उन्हें कहा मैंने कैश दे दो, मेरे को अपना कार्ड खर्च करने से पैसे देके मैं कैश दे दो, मैं कैश सामान जो मैं लैके आवांगा, फिर बाकी सब बाहर ही कर लेंगे। मैंने पता होंगे सोंदे कि वो बंदा टाइट जा रहा है, मैंने 2000 रुपए देते कैश, उन्हें कैश ही मंगे, हालांकि मैं कैश डील करता नहीं होता, देते गायब हो गया बंदा, उसके बाद गायब हो गया। तो हुण मैनू प्रॉब्लम कि मैं कम किस तरह करावा, किनू करावा। दुख मैंने 2000 का नहीं सीगा, दुख ऐसी कि प्रॉब्लम ऐसी कि मैं किसी और बुलाना, अगला खुद भी सामान लेके आ जाए। फिर मैं उन्होंने मैसेज भेजा, मैंने देख आई न्यू यू आर वेरी टाइट, डोंट हाइड, जस्ट रिप्लाई मी, यू वांट दैट मनी कीप इट, एंड इफ यू आर कमिंग टेल मी सो दैट आई कैन कॉल समबडी एल्स एंड आई गेट इट डन। क्योंकि मैं कम जरूर कराना है, मेरा कुछ कम सीगा बेसमेंट के अंदर। उन्होंने मैसेज भेजा, एंड इफ यू नीड दिस मनी जस्ट कीप इट, टेक इट एज ए बोनस फॉर योर 15 years वर्क विद मी, जस्ट टेक इट एज ए हेल्प, दैट्स ऑल। सर जी शामी बंदा मेरे घर आ गया, रोया, गले पै गया, कहता कि यस आई वांटेड द मनी बट मैं व्हाई डिड यू कम बैक, कहता कि हाफ ऑफ द मनी आई स्पेंट एंड बाकी बच्चे ने ले लो। मैं कहना ला जाना देता, चैरिटी सी साल जिन्नी कर रहे हैं तो देते, क्योंकि बंदा मेरा 15 साल तो सीगा एंड ही वाज वेरी नाइस, वेरी वेरी नाइस। हालात ने उन्होंने मजबूर करता इस तरीके नाल पैसे लेने वास्ते, देता, गल खत्म हो गई। लेकिन नाल मैं यह भी कहता कि तू ले जा, रखना है तेरे हो गए, लेकिन हम मैं तुम्हें एडवांस नहीं देगा, कम करना करके ले जा। लेकिन अगर तुम्हें डाउट है कि मैं तेरे एडवांस नहीं देंगा, तू लिया के कम करेगा और तेरे 2000 मर जाएंगे, क्योंकि मैं एडजस्ट कर लांगा, अगर तेरे तुम मेरे बारे लगता है तो तू कम करना मेरे नाल बंद कर दे। आई विश यू गुड लक इन योर लाइफ, आई विल हायर समबडी एल्स। सर यह हालात हुई हुण दसो, असी तुसीं देखिया असी डोनेशन करते रहने, चैरिटी करते रहने। मेरे ख्याल है सब तो बड़ी चैरिटी सी शायद जिन्होंने लोड़ सीगी। लेकिन अगर मैं कहूँगा जी मैं कंप्लेंट कर रहा, मैं पुलिस बुला रहा या मैं लॉयर नूं कह रहा, की कर लोगे यार तुसीं किहदे नाल। दुआवां जिहड़ी ने ना ओहदी कोई वैल्यू नहीं हैगी मेरे हिसाब नाल। अगर असी अफोर्ड कर सकते हैं $1 भी और उहदे नाल दुआवां मिलदियां ने, तो आई थिंक दैट इज द बिगेस्ट यू कैन अचीव और यू कैन accumulate or you can have।
ਜੀ ਵੈਰੀ ਨਾਈਸ ਮੈਸੇਜ ਚਰਨਜੀਤ ਸਾਹਿਬ ਦਾ ਵੀ ਆਇਆ, ਵੈਰੀ ਨਾਈਸ ਮੈਸੇਜ, ਥੈਂਕ ਯੂ ਜੀ ਪੀਕੇ ਜੀ, ਹਮੇਸ਼ਾ ਵਧੀਆ ਲੱਗਦਾ ਹੈ, ਵੈਰੀ ਗੁੱਡ ਮੈਸੇਜ ਵੀ, ਵੈਰੀ ਇੰਸਪਾਇਰਿੰਗ ਸਟੋਰੀ ਐਜ਼ ਵੈਲ, ਥੈਂਕ ਯੂ ਸੋ ਮਚ ਪੀਕੇ ਜੀ। ਇੱਕ ਵਾਰ ਫਿਰ ਅਸੀਂ ਦੱਸ ਦਈਏ ਕਿ ਵਾਈ ਮੀਡੀਆ ਦੁਆਰਾ ਅਸੀਂ ਕਮਿਟਮੈਂਟ ਇਹ ਹੈ ਕਿ ਅਗਲੇ 2 ਮਹੀਨੇ ਕੈਨੇਡਾ ਭਰ ਦੇ ਵਿੱਚ ਤੁਸੀਂ ਕਿਤੇ ਵੀ ਐਸੀ ਕਵਰੇਜ ਨਹੀਂ ਦੇਖੋਗੇ ਜਿਹੋ ਜਿਹੀ ਅਸੀਂ ਕਰਨ ਦੀ ਟਰਾਈ ਕਰਾਂਗੇ, ਪੂਰੀ ਕਮਿਟਡ ਹੈ ਕਿ ਸਾਰੇ ਹੀ ਪਲੇਟਫਾਰਮ ਤੇ ਵਾਈ ਮੀਡੀਆ ਦੇ 7 ਦੇ 7 ਪਲੇਟਫਾਰਮ ਦੇ ਉੱਤੇ, ਦੋਨੋਂ TV ਚੈਨਲ ਦੇ ਉੱਤੇ, ਰੇਡੀਓ ਦੇ ਉੱਤੇ, ਮਿਡਵੀਕ ਨਿਊਜ਼ਪੇਪਰ ਦੇ ਵਿੱਚ ਤੁਸੀਂ ਦੇਖੋਗੇ। ਇਸ ਤੋਂ ਇਲਾਵਾ ਵਾਈ ਮੀਡੀਆ ਐਪ ਦੇ ਉੱਤੇ ਤੁਸੀਂ ਦੇਖੋਗੇ। ਵਾਈ ਮੀਡੀਆ ਵੈਬਸਾਈਟ ਤੇ ਤੁਹਾਨੂੰ ਮਿੰਟ ਟੂ ਮਿੰਟ ਸਾਰੀ ਜਿਹੜੀ ਇਨਫੋਰਮੇਸ਼ਨ ਮਿਲਦੀ ਰਹੇਗੀ। ਕੱਲ ਸਵੇਰੇ ਤੋਂ ਪਹਿਲਾ ਮੈਚ ਸਟਾਰਟ ਹੋ ਰਿਹਾ। ਮਿਡਵੀਕ ਅਖਬਾਰ ਦੇ ਇਸ ਹਫਤੇ ਦੇ ਫਰੰਟ ਪੇਜ ਤੇ ਸਾਰਾ ਸਕੈਜੂਲ ਅਸੀਂ ਟੋਰਾਂਟੋ ਟਾਈਮ ਲਗਾਇਆ। ਬੜੇ ਲੋਕ ਕਹਿੰਦੇ ਟੋਰਾਂਟੋ ਟਾਈਮ ਪਤਾ ਲੱਗ ਜੇ ਜੀ, ਉੱਥੇ ਦਾ ਜਦੋਂ ਅਸੀਂ ਵੈਬਸਾਈਟ ਤੇ ਜਾਈਦਾ ਟੋਰਾਂਟੋ ਟਾਈਮ ਸਾਰਾ ਸਕੈਜੂਲ ਲੱਗਾ ਹੋਇਆ। ਕੱਲ 4:30 ਪਹਿਲਾ ਮੈਚ ਹੈ। ਇੰਡੀਆ ਦਾ ਪਹਿਲਾ ਮੈਚ ਜਿਹੜਾ ਅਕਤੂਬਰ ਨੂੰ ਹੋਏਗਾ। ਸੋ ਟਾਈਟਲ ਸਪਾਂਸਰ ਰੀਅਲ ਸਟੇਟ का कोई सवाल पीके सब्बरवाल साहब, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਕਾਫੀ ਸਾਰੀ ਐਕਸਾਈਟਮੈਂਟ ਹੈ, ਦੇਖਦੇ ਹਾਂ ਜੀ ਵਰਲਡ ਕੱਪ 'ਚ ਕੀ ਹੁੰਦਾ ਹੈ ਜੀ। ਪੀਕੇ ਜੀ ਹਾਂਜੀ, ਤੁਹਾਡੀ ਕਾਲ ਹੈ ਜੀ ਅਗਲੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ ਜੀਤਵੀਰ ਜੀ, ਹੈਲੋ। ਹਾਂਜੀ ਮੈਂ ਕਿਹਾ ਪੀਕੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਅੱਜ ਰੁਪਿੰਦਰ ਜੀ ਤੁਹਾਨੂੰ ਸਵਾਲ ਪੁੱਛਣਗੇ, ਲੇਕਿਨ ਉਸ ਤੋਂ ਪਹਿਲਾਂ ਮੈਨੂੰ ਬਾਰ-ਬਾਰ ਟੈਕਸਟ ਆਈ ਜਾ ਰਿਹਾ। ਓਕੇ ਰੁਪਿੰਦਰ ਜੀ ਹੋਲਡ ਕਰੋ, ਪਹਿਲਾਂ ਇਹਨਾਂ ਦਾ ਸਵਾਲ ਲੈ ਲੈਂਦੇ ਆ। ਕੁਐਸਚਨ ਫॉर बोथ द एक्सपर्ट्स, कैन वी विड्रॉ RRSP for down payment of condo long term investment? ਪਹਿਲਾਂ ਇਹਦਾ ਜਵਾਬ ਦੇ ਦਿਓ। ਹਾਂਜੀ RRSP ਨਾਲ ਹੋ ਸਕਦੀ ਡਾਊਨ ਪੇਮੈਂਟ? ਸਰ ਐਕਚੁਅਲੀ ਅਗਰ ਤੁਸੀਂ ਇਹ RRSP ਅਗਰ ਤੁਸੀਂ ਪਹਿਲੇ ਮਕਾਨ ਲੈ ਰਹੇ ਹੋ ਜਾਂ ਤੁਸੀਂ ਪਿਛਲੇ 4 ਸਾਲ 'ਚ ਮਕਾਨ ਦੇ ਓਨਰ ਨਹੀਂ ਹੋ, ਤੁਸੀਂ ਤੇ ਤੁਹਾਡੇ ਸਪਾਊਸ ਦੋਨੋਂ, ਤਾਂ ਤੁਸੀਂ ਐਜ਼ ਏ ਹੋਮ ਬਾਇਰ ਕੱਢ ਸਕਦੇ ਹੋ, ਜਿਹੜਾ ਕਿ 35,000 ਅਲਾਉਡ ਹੈ। ਅਦਰਵਾਈਜ਼ ਤੁਸੀਂ RRSP 'ਚ ਜਦੋਂ ਮਰਜ਼ੀ ਕੱਢ ਸਕਦੇ ਹੋ ਟੈਕਸ ਪੇ ਕਰਕੇ, ਸੋ ਤੁਹਾਡੀ ਮਰਜ਼ੀ ਹੈ। ਠੀਕ ਹੈ ਜੀ। ਔਰ ਹਾਂਜੀ ਦੂਸਰਾ ਹੈਗਾ ਜੀ ਕਿ ਪੀਕੇ ਸਬਰਵਾਲ ਜੀ ਲਈ ਕੁਐਸਚਨ ਹੈਗਾ, ਉਹਨਾਂ ਦਾ ਕਹਿਣਾ ਵਾਈ ਸਟ੍ਰੈਸ ਟੈਸਟ ਔਨ ਸਮਵਨ ਰੀਨਿਊਇੰਗ ਦਾ ਮੌਰਗੇਜ ਐਂਡ ਸ਼ਾਪਿੰਗ ਅਰਾਊਂਡ ਟੂ ਗੈਟ ਦਾ ਬੈਸਟ ਡੀਲ ਪ੍ਰੋਵਾਈਡਡ देयर ਇਨਕਮ ਐਂਡ देयर ਲਾਇਬਿਲਿਟੀਜ਼ ਰਿਮੇਨ ਦ ਸੇਮ? ਥੈਂक्स ਜੀ ਪੀਕੇ ਜੀ। ਸ਼ਾਪਿੰਗ ਅਰਾਊंड ਹੋਏਗਾ ਤਾਂ ਹੋਏਗਾ, ਸੇਮ बैंक ਦੇ ਹੋਗੇ ਤਾਂ ਨਹੀਂ ਹੋਏਗਾ। ਸਿੰਪਲ ਗੱਲ, ਸੇਮ बैंक ਤੇ ਰਹੋਗੇ ਤੇ ਨਹੀਂ ਹੋਏਗਾ। ਜਦ ਸ਼ਾਪ ਅਰਾਊਂਡ ਕਰੋਗੇ ਤਾਂ ਦੂਜੇ बैंक ਵਾਸਤੇ, ਦੂਜੇ ਲੈਂਡਰ ਵਾਸਤੇ ਤੁਸੀਂ ਨਵੇਂ ਕਲਾਇੰਟ ਹੋ, ਤਾਂ ਆਪਣੇ ਹਿਸਾਬ ਨਾਲ ਤੁਹਾਡਾ ਸਟ੍ਰੈਸ ਟੈਸਟ ਕਰੋਗੇ ਜੀ। ਠੀਕ ਹੈ ਜੀ, ਠੀਕ ਹੈ। ਬਾਕੀ ਜੀ ਸਾਨੂੰ ਸਮੇਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਪੀਕੇ ਜੀ ਜਾਣ ਤੋਂ ਪਹਿਲਾਂ ਕੋਈ ਵੀ ਤੁਸੀਂ ਹੋਰ ਕੁਝ ਅਨਾਉਂਸਮੈਂਟ ਕਰਨਾ ਚਾਹੋ, ਕੋਈ ਸੈਮੀਨਾਰ, ਕੋਈ ਪ੍ਰੋਜੈਕਟ, ਪਹਿਲਾਂ ਉਹਦੀ ਵੀ ਜਰਾ ਡਿਟੇਲ ਜਾਣੀ ਜੀ। ਮੈਂ ਦੱਸਦਾ ਕਿ M6 ਬੜਾ ਕਾਮਯਾਬ ਰਿਹਾ, ਬਹੁਤ ਅਸੀਂ ਯੂਨਿਟ ਵਿੱਚ ਨੇ ਬਹੁਤ ਲੋਕਾਂ ਨੂੰ ਖੁਸ਼ ਕੀਤਾ ਹੈ, ਜ਼ਬਰਦਸਤ ਪ੍ਰੋਜੈਕਟ ਰਿਹਾ ਹੈ। ਔਰ ਉਹਦੇ ਬਾਅਦ ਜਿਹਨੂੰ ਕਹਿੰਦੇ ਨੇ ਬੜੀ ਗੱਲ ਹੈਗੀ ਕਿ ਮੇਰੀ ਗੱਲ ਹੋ ਰਹੀ ਸੀ ਉਹਨਾਂ ਨਾਲ, ਤੇ ਹੁਣ ਵੀ ਦੱਸ ਦਿਓ ਕਿਉਂਕਿ ਜਿਹੜਾ ਅਸੀਂ 30 ਸਤੰਬਰ ਤੱਕ ਰਾਤ ਤੱਕ ਜਿਹੜੇ ਲੋਕ ਜਿਨ੍ਹਾਂ ਕੋਲ VVIP ਜਾਂ ਇਨਰ ਸਰਕਲ ਏਜੰਟ ਕੋਲ ਬਚ ਗਏ ਸੀ, ਉਹ ਸਾਰੇ ਵਾਪਸ ਚਲੇ ਗਏ ਪੋਰਟਲ ਕੋਲ। ਲੇਕਿਨ ਬਿਕੋਜ਼ ਆਫ ਮਾਈ ਰਿਲੇਸ਼ਨਸ ਐਂਡ ਐਵਰੀਥਿੰਗ ਆਈ ਕੈਨ ਸਟਿਲ ਗੈਟ ਯੂ ਸਮ ਯੂਨਿਟਸ ਸੇਮ ਪ੍ਰਾਈਸ ਉੱਤੇ ਇਫ ਯੂ ਆਰ ਇੰਟਰਸਟਿਡ। ਨਾਟ ਸ਼ੋਰ ਕਿ ਸੇਮ ਮਾਡਲ ਮਿਲੇਗਾ ਕਿ ਨਹੀਂ ਮਿਲੇਗਾ, ਅਗਰ ਉਹਨਾਂ ਕੋਲ ਹੋਏਗਾ ਤੇ ਜ਼ਰੂਰ ਮਿਲੇਗਾ। ਇਹਦੇ ਇਲਾਵਾ ਮੇਰੀ ਬਿਲਡਰ ਨਾਲ ਰੋਜ਼ ਮੀਟਿੰਗਸ ਹੋ ਰਹੀਆਂ ਨੇ, ਵੱਡੇ ਮੈਂ ਜ਼ਬਰਦਸਤ ਬਿਲਡਰਾਂ ਕੋਲੋਂ ਇਨਸੈਂਟਿਵਸ ਲੈ ਕੇ ਆ ਰਿਹਾ, ਅਲੱਗ-ਅਲੱਗ ਬਹੁਤ, ਜਿਸ ਤਰ੍ਹਾਂ ਪਹਿਲੇ ਭਾਈ ਸਾਹਿਬ ਨੇ ਕਿਹਾ ਸੀਗਾ ਕਿ ਕੀਮਤਾਂ ਘਟ ਰਹੀਆਂ ਨੇ, ਇਹ ਕੀਮਤਾਂ ਤੁਸੀਂ ਲੌਂਗ ਟਰਮ ਇਨਵੈਸਟਰ ਵਾਸਤੇ ਘਟੀਆਂ ਸਮਝ ਲਓ। ਇੰਨੀ ਜ਼ਬਰਦਸਤ ਅਸੀਂ ਲੈ ਕੇ ਆ ਰਹੇ ਹਾਂ, ਜਿਸ ਤਰ੍ਹਾਂ ਸਪੋਜ਼ ਕਰੋ ਤੁਹਾਡੀ ਕੈਸ਼ ਫਲੋ ਦੀ ਅਸੀਂ ਗਾਰੰਟੀ ਲੈ ਰਹੇ ਨਾਲ। ਚਲੋ ਇਹ ਵੀ ਮੇਰੇ ਕੋਲ ਆ ਰਿਹਾ ਲੋਕਾਂ ਦਾ ਕਿ ਵੀ ਅਸੀਂ 3 ਸਾਲ ਬਾਅਦ ਕਲੋਜ਼ਿੰਗ ਹੋਏਗੀ ਤੇ ਮੇਰੇ ਪੱਲੇ $1,500 ਚਲਾ ਜਾਏਗਾ, ਅਗਰ ਇਹੀ ਇੰਟਰਸਟਿਡ ਰਿਹਾ ਤੇ ਉਹਦੀ ਵੀ ਅਸੀਂ ਗਾਰੰਟੀ ਲੈ ਲੈਣੇ ਕਿ ਤੁਹਾਡਾ ਕੈਸ਼ ਫਲੋ ਮਾਈਨਸ ਨਹੀਂ ਹੋਏਗਾ ਅਗਲੇ 5 ਸਾਲਾਂ ਤੱਕ, 6 ਸਾਲਾਂ ਤੱਕ ਨਹੀਂ ਹੋਏਗਾ। ਉਹ ਵੀ ਅਸੀਂ ਲਿਖ ਕੇ ਦੇ ਦੇंगे, ਤੁਹਾਨੂੰ ਅਸੀਂ ਕੈਸ਼ ਹਰ ਮਹੀਨੇ ਦੇ ਦੇਵਾਂਗੇ ਅਗਰ ਕੈਸ਼। ਇਹ ਵੀ ਅਸੀਂ ਬਿਲਡਰ ਕੋਲੋਂ ਆਪਸ਼ਨਸ ਲੈ ਕੇ ਆਏ ਹਾਂ ਕਿ ਤੁਹਾਡਾ ਕੈਸ਼ ਨੈਗੇਟਿਵ ਦੀ ਗਾਰੰਟੀ ਲੈ ਲੈਣੇ ਨਹੀਂ ਹੋਏਗਾ, ਕੈਸ਼ ਪੋਜ਼ਿਟਿਵ ਹੋਏਗਾ। ਬੜੇ ਜ਼ਬਰਦਸਤ ਅਸੀਂ ਜਿਹੜੇ 60, 70, 80 ਹਜ਼ਾਰ, 1 ਲੱਖ, 1.5 ਲੱਖ ਤੱਕ ਦੇ ਅਸੀਂ ਲੈ ਕੇ ਆਇਆ। ਇਹਦਾ ਬੈਨੀਫਿਟ ਚੁੱਕ ਲਓ। ਬੈਸਟ ਆਫ ਦ ਬੈਸਟ ਪ੍ਰੋਜੈਕਟਸ ਐਂਡ ਕੰਟੈਕਟ ਮੀ ਐਂਡ ਆਈ'll explain everything to you guys. 647-299-4757। ਥੈਂਕ ਯੂ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਔਰ ਪੰਕਜ ਜੀ ਤੁਸੀਂ ਵੀ ਦੱਸੋ ਜੀ। ਬਿਲਕੁਲ ਜੀਤਵੀਰ ਜੀ, ਮੈਂ ਕਾਫੀ ਹੁਣ ਇਨਵੈਸਟਮੈਂਟ ਦੀਆਂ ਗੱਲਾਂ ਕੀਤੀਆਂ ਨੇ ਪਿਛਲੇ ਪੂਰੇ ਸ਼ੋਅ 'ਚ। ਬੇਸਿਕਲੀ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਵੀ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ, ਮੈਂ ਇੱਕ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਹਾਂ ਜੀ। ਮੈਂ ਤੁਹਾਡੀ ਰਿਟਾਇਰਮੈਂਟ ਪਲੈਨਿੰਗ, estate ਪਲੈਨਿੰਗ, ਤੁਹਾਡੀ ਬਾਕੀ ਜਿਹੜੀਆਂ ਟੈਕਸ ਐਡਵਾਂਟੇਜ ਜਿਹੜੀਆਂ ਜਿਵੇਂ ਲੈਣੀਆਂ ਨੇ ਤੁਸੀਂ, ਜਾਂ ਕਾਰਪੋਰੇਸ਼ਨ ਤੁਸੀਂ ਓਨ ਕਰਦੇ ਹੋ ਉਹਦੇ ਬਾਰੇ, ਜਾਂ ਬਾਹਰ ਜਾ ਕੇ ਤੁਸੀਂ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ, ਕਿਸੇ ਤਰ੍ਹਾਂ ਦੀ ਵੀ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ। ਚਾਹੇ ਉਹ ਤੁਹਾਡਾ ਸੇਵਿੰਗ ਅਕਾਊਂਟ ਹੈ ਜਾਂ ਪੈਸਾ ਪਿਆ ਹੈ, ਜਿਵੇਂ ਬੈਂਕ 'ਚ ਅੱਜ ਕੱਲ੍ਹ ਸੇਵਿੰਗ ਅਕਾਊਂਟ 'ਚ ਕੁਛ ਨਹੀਂ ਮਿਲਦਾ ਪਿਆ ਇੰਨਾ ਜ਼ਿਆਦਾ। ਬਾਹਰ ਅਗਰ ਤੁਸੀਂ ਚਾਹੋ ਤਾਂ ਜਿਵੇਂ ਸੇਵਿੰਗ ਅਕਾਊਂਟ ਹੀ ਲਗਭਗ 4.5% ਦੇ ਕਰੀਬ ਦੇ ਰਿਹਾ ਜੀ। ਔਰ ਅਗਰ ਤੁਸੀਂ ਮਾਰਕੀਟ ਜਾਣਾ ਚਾਹ ਰਹੇ ਹੋ ਤਾਂ ਉਹ ਵੀ ਇੱਕ ਬੜੀ ਅੱਛੀ ਹੁਣ ਇੱਕ ਓਪਰਚੁਨਿਟੀ ਬਣੀ ਪਈ ਹੈ, ਕਿਉਂਕਿ ਮਾਰਕੀਟ ਥੱਲੇ ਆਈ ਸੀਗੀ। ਸੋ ਅੱਜ ਇਹਦੀ ਸਿਚੁਏਸ਼ਨ ਆ ਗਈ ਹੈ ਜਿੱਥੇ ਕਿ ਅਸੀਂ ਵਾਕਈ ਪੈਸਾ ਕਮਾ ਸਕਦੇ ਹਾਂ ਅਗਰ ਤੁਸੀਂ ਇਨਵੈਸਟਮੈਂਟ ਚਾਹੋ ਤਾਂ। ਸੋ ਇਹ ਸਾਰੀਆਂ ਚੀਜ਼ਾਂ ਵਾਸਤੇ, ਔਰ ਇੰਸ਼ੋਰੈਂਸ ਐਵਰੀਬਡੀ ਨੋਜ਼ ਕਿ
ਇੰਸ਼ੋਰੈਂਸ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ, ਡਿਸੇਬਿਲਿਟੀ, ਕਿਸੇ ਤਰ੍ਹਾਂ ਦੀ ਵੀ ਅਗਰ ਤੁਸੀਂ ਇਹ ਚੀਜ਼ ਖਰੀਦਣਾ ਚਾਹ ਰਹੇ ਹੋ ਤਾਂ ਉਹਦੇ ਵਾਸਤੇ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 6472851007। ਥੈਂਕ ਯੂ ਵੈਰੀ ਮਚ ਯੂਕੇਸ਼। थैंक यू सो मच पीके जी और थैंक यू सो मच पंकज जी। और मैं इत्थे दसवां कि 6:30 बजे हर वैंसडे शाम 6:30 बजे अद्धे घंटे का प्रोग्राम होंदा है। तुसीं उन्हां नूं देख भी सकदे हो। सारे अपने विचार दिंदे ने। लेटेस्ट हफ्ते की जो भी खबर हुंदी है, हफ्ते 'च बड़ी सारियां खबरां हुंदियां ने, तो जो भी खबर हुंदी है उहदे ते अपने विचार, एनालिसिस, एक्सपर्ट एडवाइस, रियल एस्टेट का कोई सवाल पीके सबरवाल साहब और पंकज जी हर वैंसडे शाम 6:30 तो 7 अद्धा घंटा तुसीं देखदे हैगे हो चैनल वाइड उत्ते। बहुत बहुत शुक्रिया पीके जी। फोन नंबर बस अपना दे दो इंग्लिश पंजाबी 647-299-4757 647-299-4757। थैंक यू वेरी मच सर। थैंक यू जी।